ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਦ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜਿਆ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਲੈ ਕੇ, ਪੰਜਾਬ ਦੇ ਮੌਜੂਦਾ ਸਥਿਤੀ ਜਿਹੜੀ ਹੈ ਵਿੱਤੀ ਹਾਲਾਤਾਂ ਦੀ, ਉਸ ਨੂੰ ਲੈ ਕੇ ਇੱਕ ਰਿਪੋਰਟ ਜਿਹੜੀ ਹੈ ਪੇਸ਼ ਕੀਤੀ ਗਈ ਹੈ ਪੰਜਾਬ ਦੇ ਲੋਕਾਂ ਦੇ ਅੱਗੇ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਤੀ ਹਾਲਾਤ ਜਿਹੜੇ ਆ ਉਹ ਹੁਣ ਸੁਧਰਨ ਲੱਗੇ ਨੇ। ਪੰਜਾਬ ਜਿਹੜਾ ਵਿੱਤੀ ਤੌਰ ਤੇ ਜਿਹੜਾ ਇੱਕ ਵੈਂਟੀਲੇਟਰ ਤੇ ਲੇਟਿਆ ਹੋਇਆ ਸੀ, ਕਹਿੰਦੇ ਕਿ ਉਹਦੀ ਸਿਹਤ ਦੇ ਵਿੱਚ, ਹੁਣ ਖਜ਼ਾਨੇ ਦੀ ਸਿਹਤ ਦੇ ਵਿੱਚ ਸੁਧਾਰ ਹੋਣ ਲੱਗਿਆ। ਕੀ ਕੁਝ ਅੰਕੜੇ ਨੇ, ਕਿੰਨਾ ਕੁ ਸੁਧਾਰ ਹੋਇਆ, ਕਿ ਵਾਕਈ ਉਹ ਸਹੀ ਹੈ ਜਾਂ ਨਹੀਂ ਸਹੀ, ਕਿ ਵਾਕਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖਜ਼ਾਨੇ ਦੇ ਵਿੱਚ ਸੁਧਾਰ ਲਿਆਂਦਾ ਹੈ, ਉਸ ਤੇ ਜਿਹੜੀ ਗੱਲਬਾਤ ਕਰਾਂਗੇ। ਉਧਰ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵੱਲੋਂ ਵੱਡਾ ਬਿਆਨ ਆ ਗਿਆ ਪੰਜਾਬ ਦੇ ਸੰਦਰਭ ਦੇ ਵਿੱਚ, ਕੀ ਕੁਝ ਉਹ ਕਹਿੰਦੇ ਨੇ ਉਸ ਤੇ ਵੀ ਅਸੀਂ ਗੱਲਬਾਤ ਕਰਾਂਗੇ। ਤਾਂ ਉਧਰ ਕੋਰਟ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਨੂੰ ਇੱਕ ਵੱਡੀ ਰਾਹਤ ਹੈ ਤੇ ਦੂਜਾ ਵੱਡਾ ਝਟਕਾ ਵੀ ਹੈ, ਕੀ ਹੈ ਉਸ ਤੇ ਗੱਲਬਾਤ ਜਿਹੜੀ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਉਹ ਆਪਾਂ ਆਮ ਆਦਮੀ ਪਾਰਟੀ ਨੇ ਜਿਹੜੇ ਵਿੱਤੀ ਹਾਲਾਤਾਂ ਦੇ ਉੱਪਰ ਆਪਣੀ ਇੱਕ ਰਿਪੋਰਟ ਪੇਸ਼ ਕੀਤੀ ਹੈ, ਆਪਣੇ ਕੁਝ ਅੰਕੜੇ ਪੇਸ਼ ਕੀਤੇ ਨੇ। ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਖਜ਼ਾਨੇ ਦੀ ਵਿੱਤੀ ਹਾਲਤ ਹੈ ਇਸ ਸਮੇਂ, ਜਿਹੜੀਆਂ ਪਿਛਲੀਆਂ ਸਰਕਾਰਾਂ ਲਗਾਤਾਰ, ਖਾਸ ਕਰਕੇ ਕਾਂਗਰਸ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ 5 ਸਾਲ ਇਹੀ ਗੱਲ ਕਹਿੰਦੇ ਰਹੇ ਕਿ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਹਾਲਾਂਕਿ ਉਹ ਸਰਕਾਰ ਬਣਨ ਤੋਂ ਬਾਅਦ ਇਹ ਵੀ ਗੱਲ ਕਹਿੰਦੇ ਹੁੰਦੇ ਸੀ ਕਿ ਜੇ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ, ਜਦੋਂ 17 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਉਦੋਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਬਿਆਨ ਆਇਆ ਸੀਗਾ ਕਿ ਜੇ ਅਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਪੰਜਾਬ ਦੀ ਆਰਥਿਕ ਸਥਿਤੀ ਨਾ ਠੀਕ ਕਰ ਸਕੇ ਤਾਂ ਲੱਖ ਲਾਹਨਤ ਹੈ ਮੇਰੀ ਕੀਤੀ ਹੋਈ, ਸਾਡੀ ਕੀਤੀ ਹੋਈ ਪੜ੍ਹਾਈ ਦੇ ਉੱਪਰ। ਤਾਂ ਹਾਲਾਤ ਤਾਂ ਨਹੀਂ ਉਹ ਚੇਂਜ ਕਰ ਪਾਏ। ਹੁਣ ਅੱਗੇ ਉਹ ਕੀ ਸੋਚਦੇ ਨੇ ਸਾਡੇ ਦਰਸ਼ਕ ਵੀ ਜਾਣਦੇ ਨੇ, ਔਰ ਕੀ ਗੱਲਬਾਤ ਸੋਚਣੀ ਚਾਹੀਦੀ ਆ ਉਹ ਵੀ ਦਰਸ਼ਕ ਜਿਹੜੇ ਅਣਖੀ ਸਾਹਿਬ ਜਾਣਦੇ ਨੇ। ਤੇ ਉਹ ਲਗਾਤਾਰ ਪਿਛਲੇ 5 ਸਾਲ ਇਹੀ ਗੱਲ ਕਹਿੰਦੇ ਰਹੇ ਕਿ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ, ਟਰੋਲ ਵੀ ਹੁੰਦੇ ਰਹੇ। ਤੇ ਆਮ ਆਦਮੀ ਪਾਰਟੀ ਵੀ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਕਿ ਪੈਸੇ ਦੀ ਕੋਈ ਘਾਟ ਨਹੀਂ, ਪਰ ਵਾਅਦੇ ਪੂਰੇ ਕੋਈ ਕੀਤੇ ਨਹੀਂ ਜਾ ਰਹੇ, ਗਰੰਟੀਆਂ ਪੂਰੀਆਂ ਕੀਤੀਆਂ ਨਹੀਂ ਜਾ ਰਹੀਆਂ, ਥੋੜੀਆਂ ਬਹੁਤੀਆਂ ਜ਼ਰੂਰ ਹੋ ਰਹੀਆਂ। ਜਿਵੇਂ ਉਹ ਗਰੰਟੀਆਂ ਕਹੀਆਂ ਗਈਆਂ ਸੀ ਉਸ ਤਰੀਕੇ ਤਾਂ ਨਹੀਂ ਹੋਈਆਂ। ਜਿਵੇਂ ਬਿਜਲੀ ਵਾਲੀ ਤੁਸੀਂ ਦੇਖ ਲਓ, ਬਿਜਲੀ ਵਾਲੀ ਪਹਿਲਾਂ ਤਾਂ ਇਹ ਕਿਹਾ ਗਿਆ ਕਿ ਸਾਰਿਆਂ ਨੂੰ 600 ਯੂਨਿਟ ਤੱਕ ਮਾਫ ਹੋਊਗਾ, ਪਰ ਸ਼ਰਤਾਂ ਕੁਝ ਹੋਰ ਲਾਤੀਆਂ। ਪਰ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਸਰਕਾਰ ਦੇ ਕੋਲੇ ਪੈਸੇ ਦੀ ਘਾਟ ਨਹੀਂ। ਸਰਕਾਰ ਨੇ ਪਹਿਲੇ 3-4 ਮਹੀਨਿਆਂ ਦੇ ਅੰਦਰ ਕਾਫੀ ਵੱਡਾ ਇਜ਼ਾਫਾ ਜਿਹੜਾ ਕੀਤਾ ਸਰਕਾਰੀ ਖਜ਼ਾਨੇ ਦੇ ਵਿੱਚ, ਜੋ ਕਿ ਪਿਛਲੀ ਸਰਕਾਰ ਨੇ ਨਹੀਂ ਸੀ ਕੀਤਾ। ਤਾਂ ਉਧਰ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਵੀ ਵੱਡਾ ਬਿਆਨ ਦਿੱਤਾ, ਕਹਿੰਦੇ ਕਿ ਪੈਸੇ ਦੀ ਘਾਟ ਨਹੀਂ, ਪੈਸਾ ਆ ਗਿਆ ਬਿਜਲੀ ਮੁਫਤ ਦੇਣ ਦੇ ਵਾਸਤੇ। ਤਾਂ ਕਿਵੇਂ ਦੇਖਦੇ ਹੋ, ਕਿਹੜੇ ਕਿਹੜੇ ਅੰਕੜੇ ਪੇਸ਼ ਕੀਤੇ ਗਏ ਆ, ਕਿੰਨੀ ਕੀ ਹਾਲਤ ਜਿਹੜੀ ਹੈ ਉਹ ਪੰਜਾਬ ਦੇ ਵਿੱਤੀ ਹਾਲਾਤਾਂ ਦੀ ਸੁਧਰੀ ਹੈ? ਸੁਖਵਿੰਦਰ ਜੀ, ਤੁਸੀਂ ਮਨਪ੍ਰੀਤ ਸਿੰਘ ਬਾਦਲ ਹੋਣਾ ਦੀ ਗੱਲ ਕੀਤੀ, ਜਿਹੜੇ 5 ਸਾਲ ਇਹ ਗੱਲ ਕਹਿੰਦੇ ਰਹੇ ਨੇ ਕਿ ਖਜ਼ਾਨਾ ਖਾਲੀ ਹੈ। ਜੇਕਰ ਉਸ ਤੋਂ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਜਦੋਂ ਕੁਝ ਸਮੇਂ ਵਾਸਤੇ ਪਰਮਿੰਦਰ ਸਿੰਘ ਢੀਂਡਸਾ ਖਜ਼ਾਨਾ ਮੰਤਰੀ ਬਣਦੇ ਆ, ਉਹਨਾਂ ਦੇ ਮੂੰਹੋਂ ਵੀ ਇਹੋ ਗੱਲ ਨਿਕਲਦੀ ਰਹੀ ਕਿ ਪੰਜਾਬ ਦਾ ਖਜ਼ਾਨਾ ਖਾਲੀ ਆ, ਵਿੱਤੀ ਹਾਲਾਤ ਬੜੇ ਮਾੜੇ ਨੇ। ਤਾਂ ਉਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਜਦੋਂ ਅਕਾਲੀ ਦਲ ਦੇ ਖਜ਼ਾਨਾ ਮੰਤਰੀ ਹੁੰਦੇ ਸੀ, ਜਿਹੜੀ ਸੁਰ ਸੀ ਉਦੋਂ ਵੀ ਉਹਨੂੰ ਇਹੋ ਹਾਲਾਤ ਰਹੇ ਕਿ ਪੰਜਾਬ ਦੇ ਖਜ਼ਾਨੇ 'ਚ ਕੱਖ ਨਹੀਂ ਹੈਗਾ। ਤੇ ਸ਼ਾਇਦ ਇਹ ਪਹਿਲੀ ਸਰਕਾਰ ਆ, ਹਰਪਾਲ ਸਿੰਘ ਚੀਮਾ ਇਹ ਸਰਕਾਰ ਦੇ ਪਹਿਲੇ ਵਿੱਤ ਮੰਤਰੀ ਆ ਕਿ ਜਿਨ੍ਹਾਂ ਨੇ, ਮੈਂ ਸਰਕਾਰ ਦੀ ਗੱਲ ਕਰਾਂਗਾ ਕਿ ਇਹ ਪਹਿਲੀ ਸਰਕਾਰ ਆ ਜਿਨ੍ਹਾਂ ਨੇ 4 ਮਹੀਨਿਆਂ ਦੇ ਵਿੱਚ ਹੀ ਆਣ ਕੇ ਇਹ ਦਾਅਵਾ ਕੀਤਾ ਕਿ ਪੰਜਾਬ ਦਾ ਖਜ਼ਾਨਾ ਅਸੀਂ ਭਰ ਦਿੱਤਾ, ਕੋਈ ਸਮੱਸਿਆ ਕੋਈ ਨਹੀਂ, ਭਰਨਾ ਹੀ ਸ਼ੁਰੂ ਕਰ ਦਿੱਤਾ ਤੇ ਅਸੀਂ ਕਰਜ਼ੇ ਦੀ ਜਿਹੜੀ ਅਦਾਇਗੀ ਆ ਉਹ ਸ਼ੁਰੂ ਕਰ ਦਿੱਤੀ ਆ। ਤੇ ਪੈਸੇ ਹੁਣ ਇੰਨੇ ਕੁ ਆਉਣ ਲੱਗ ਪਏ ਆ ਜਿਹਦੇ ਨਾਲ ਅਸੀਂ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਨੂੰ ਪੂਰਾ ਹੀ ਕਰ ਸਕਾਂਗੇ, ਚਾਹੇ ਉਹ ਗਰੰਟੀ ਬਿਜਲੀ ਦੀ ਹੋਵੇ, ਚਾਹੇ ਮਹਿਲਾਵਾਂ ਨੂੰ 1000 ਰੁਪਇਆ ਦੇਣ ਦੀ, ਚਾਹੇ ਕੁਝ ਵੀ ਹੋਵੇ। ਸੁਖਵਿੰਦਰ ਜੀ, ਜੋ ਮਰਜ਼ੀ ਹੈ, ਜੇ ਸਰਕਾਰ ਨੇ ਇਹ ਦਾਅਵੇ ਕੀਤੇ ਨੇ ਤੇ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਕਿ 4 ਮਹੀਨਿਆਂ 'ਚ ਸਰਕਾਰ ਦੀ ਇੱਕ ਪਹਿਲੀ ਪ੍ਰਾਪਤੀ ਹੈਗੀ ਆ ਜੋ ਸਰਕਾਰ ਆਪਣੇ ਦਾਅਵੇ ਕਰ ਰਹੀ ਆ। ਕਿਉਂਕਿ ਸੁਖਵਿੰਦਰ ਜੀ, ਅੱਜ ਤੱਕ ਕਦੇ ਵੀ ਕਿਸੇ ਸਰਕਾਰ ਨੇ ਇਹੋ ਜਿਹੇ ਦਾਅਵੇ ਨਹੀਂ ਜੇ ਕੀਤੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਜੇਕਰ ਅਸੀਂ ਅਜਿਹੇ ਦਾਅਵੇ ਕਰ ਦਿੱਤੇ ਤਾਂ ਫਿਰ ਜਿਹੜੀਆਂ ਦੂਜੀਆਂ ਧਿਰਾਂ ਨੇ ਉਹਨਾਂ ਨੇ ਆਪਣੀਆਂ ਗਰੰਟੀਆਂ ਨੂੰ ਪੂਰਾ ਕਰਨ ਵਾਸਤੇ ਜ਼ੋਰ ਪਾਉਣਾ, ਬੜਾ ਕੁਝ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਸ਼ੁਰੂ ਨੇ। ਤੇ ਸ਼ਾਇਦ ਇਹੋ ਹੀ ਕਾਰਨ ਆ, ਚਾਹੇ ਮਨਪ੍ਰੀਤ ਬਾਦਲ ਹੋਣੀ ਹੋਣ, ਚਾਹੇ ਪਰਮਿੰਦਰ ਢੀਂਡਸਾ ਹੋਣੀ ਹੋਣ, ਉਹਨਾਂ ਦੀ ਸੁਰ ਹਮੇਸ਼ਾ ਆਪਣੀ ਸਰਕਾਰ ਦੇ ਪ੍ਰਤੀ ਇਹੋ ਰਹਿੰਦੀ ਰਹੀ ਆ
ਕਿ ਖਜ਼ਾਨਾ ਖਾਲੀ ਹੈ ਨਹੀਂ ਕੱਖ ਵੀ, ਹੈ ਨਹੀਂ ਕੱਖ ਵੀ। ਤੇ ਦੂਜੇ ਬੰਨੇ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਦੇ ਸਮੇਂ ਦੋ ਚੀਜ਼ਾਂ ਇਹ ਖਜ਼ਾਨੇ ਦੇ ਸੰਬੰਧੀ ਗੱਲ ਕੀਤੀ ਸੀ। ਇੱਕ ਤਾਂ ਵਿੱਤੀ ਪਾਰਦਰਸ਼ਤਾ ਜਿਹੜੀ ਗੱਲ ਕੀਤੀ ਸੀਗੀ, ਜਿਹੜੇ ਵਿੱਤੀ ਦੇ ਸੋਰਸ ਜਿਹੜੇ ਨੇ ਉਹ ਕਰਨੇ ਚਾਹੀਦੇ ਕਿ ਸੋਰਸ ਕਿੱਥੋਂ ਆਉਣਗੇ ਤਾਂ ਕਿੱਥੋਂ ਤੁਹਾਡੀ ਵਿੱਤੀ ਪਾਰਦਰਸ਼ਤਾ ਸਾਹਮਣੇ ਆਏਗੀ ਤੇ ਜਿਹਦੇ ਨਾਲ ਖਜ਼ਾਨਾ ਜਿਹੜਾ ਭਰੇਗਾ। ਮੈਨੂੰ ਅੱਜ ਤੱਕ ਯਾਦ ਆ ਨਵਜੋਤ ਸਿੱਧੂ ਦਾ ਉਹ ਜਿਹੜਾ ਉਹਨੇ ਇੱਕ ਟਵੀਟ ਕੀਤਾ ਸੀ ਉਹਨਾਂ ਦਿਨਾਂ 'ਚ। ਤਾਂ ਖੈਰ ਜਿਸ ਤਰੀਕੇ ਨਾਲ ਅੱਜ ਹਰਪਾਲ ਚੀਮਾ ਉਹਨਾਂ ਨੇ ਔਰ ਉਸ ਤੋਂ ਬਾਅਦ ਜਿਹੜਾ ਪਬਲਿਕ ਰਿਲੇਸ਼ਨ ਜਿਹੜਾ ਪੰਜਾਬ ਸਰਕਾਰ ਦਾ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ ਉਹਨਾਂ ਨੇ ਦਾਅਵੇ ਕੀਤੇ ਨੇ, ਜੇ ਉਹ ਦਾਅਵੇ ਸੱਚੇ ਨੇ ਤਾਂ ਫਿਰ ਕੁਦਰਤੀ ਤੌਰ ਤੇ ਤਾਂ ਇਹ ਗੱਲ ਫਿਰ ਕਲੀਅਰ ਹੋ ਗਈ ਕਿ ਸੁਖਵਿੰਦਰ ਜੀ ਬੀਤੇ ਦੌਰ ਦੀਆਂ ਜਿਹੜੀਆਂ ਸਰਕਾਰਾਂ ਨੇ ਕਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਦੀਆਂ ਰਹੀਆਂ। ਹੁਣ ਸਰਕਾਰ ਨੇ 4 ਮਹੀਨਿਆਂ ਦੇ ਵਿੱਚ ਇਹ ਦਾਅਵਾ ਕੀਤਾ, ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਕਹਿੰਦੇ ਕਿ 8100 ਕਰੋੜ ਰੁਪਏ ਦਾ ਅਸੀਂ ਕਰਜ਼ਾ ਲਿਆ ਆ ਜਿਹੜਾ 4 ਮਹੀਨਿਆਂ ਦੇ ਵਿੱਚ, ਤੇ ਜਿਹੜੀ ਉਸਦੀ ਅਦਾਇਗੀ ਕੀਤੀ ਆ 10,336 ਕਰੋੜ ਦੀ ਜਿਹੜੀ ਅਸੀਂ ਕਰਜ਼ੇ ਦੀ ਜਿਹੜੀ ਅਦਾਇਗੀ ਕੀਤੀ ਆ। ਹੁਣ ਇਹਨਾਂ ਇੱਕਦਮ ਕਰਜ਼ਾ ਲੈਣਾ ਔਰ ਉਸ ਤੋਂ ਬਾਅਦ ਉਸਦੀ ਅਦਾਇਗੀ ਆਪਣੇ ਆਪ ਦੇ ਵਿੱਚ ਕਰਨੀ, ਸੁਖਵਿੰਦਰ ਜੀ ਬੜਾ ਵੱਡੀ ਗੱਲ ਆ। ਸ਼ਾਇਦ ਇਹ ਵਿਰੋਧੀ ਪਾਰਟੀਆਂ ਨੂੰ ਵੀ ਇਹਦੇ ਸੰਬੰਧੀ ਸਰਕਾਰ ਨੂੰ ਹੁਣ ਕਿਹੜੇ ਮੁੱਦੇ ਦੇ ਉਹ ਘੇਰਨੇ ਕਿ ਜਦੋਂ ਚਲੋ ਉਹ ਇੱਕ ਅਲੱਗ ਵਿਸ਼ਾ। ਹੁਣ ਆ ਜਿਹੜੀ ਉਹਨਾਂ ਨੇ ਦੱਸਿਆ ਕਿ ਇੰਨਾ ਫਰਕ 4 ਮਹੀਨਿਆਂ ਦੇ ਵਿੱਚ ਜਿਹੜੀ ਗੱਲ ਕੀਤੀ ਆ ਕਿ ਇੰਨਾ ਕਰੋੜ ਅਸੀਂ 8100 ਕਰੋੜ ਰੁਪਇਆ ਲਿਆ ਤੇ 10,336 ਕਰੋੜ ਰੁਪਏ ਦੀ ਅਸੀਂ ਕਰਜ਼ੇ ਦੀ ਜਿਹੜੀ ਅਦਾਇਗੀ ਕੀਤੀ ਆ। ਇਸ ਤੋਂ ਇਲਾਵਾ ਜਿਹੜੀ ਸਰਕਾਰ ਦੀ ਜਿਹੜੀ GST ਪਾਲਿਸੀ, ਜਿਸ ਤਰ੍ਹਾਂ ਵਿੱਤੀ ਪਾਰਦਰਸ਼ਤਾ ਦੀ ਗੱਲ ਨਵਜੋਤ ਸਿੰਘ ਸਿੱਧੂ ਕਰ ਰਹੇ ਕਿ ਕਿੱਥੋਂ ਆਉਣਾ, ਕਿੱਥੋਂ ਪੈਸੇ ਆਉਣਗੇ, ਤਾਂ GST ਦੀ ਉਹ ਗੱਲ ਕਰਦੇ ਕਿ 24.15% ਜਿਹੜਾ GST ਤੋਂ ਸਾਨੂੰ ਪ੍ਰਾਪਤ ਹੋਇਆ। ਤੇ ਦੂਜੇ ਪਾਸੇ ਜਿਹੜੀ ਸਰਕਾਰ ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ ਜਿਹੜੀ ਵੀ ਚੱਲ ਰਹੀ 41.23% ਜਿਹੜਾ ਉਹਨਾਂ ਨੂੰ ਜਿਹੜਾ ਟੈਕਸ ਆ ਉਧਰੋਂ ਜਿਹੜਾ ਮਿਲਦਾ ਆ। ਇਹ ਉਹ ਸੋਰਸਸ ਨੇ ਜਿਹੜੇ ਸਰਕਾਰ ਦੇ ਬਿਲਕੁਲ ਪਾਰਦਰਸ਼ਤਾ ਨਾਲ ਬਿਲਕੁਲ ਸਾਹਮਣੇ ਆ। ਕਿਤੇ ਵੀ ਨਾ ਤਾਂ GST ਦੇ ਉੱਤੇ ਕੋਈ ਕਿੰਤੂ ਪਰੰਤੂ ਬੰਦਾ ਕਰ ਸਕਦਾ ਤੇ ਨਾ ਹੀ ਜਿਹੜੀ ਸਰਕਾਰ ਦੀ ਐਕਸਾਈਜ਼ ਪਾਲਿਸੀ ਆ ਉਹਦੇ ਉੱਤੇ ਕਰ ਸਕਦਾ। ਔਰ ਬਕਾਇਦਾ ਇਹਦੇ ਉੱਤੇ ਉਹਨਾਂ ਨੇ ਆਪਣਾ ਡਾਟਾ ਜਿਹੜਾ ਉਹ ਵੀ ਫਿਗਰ ਜਿਹੜਾ ਦਿੱਤਾ ਹੈ। ਤੇ ਦੂਜੇ ਪਾਸੇ ਪਿਛਲੀਆਂ ਸਰਕਾਰਾਂ ਦੇ ਵਿੱਚ ਖਾਸ ਤੌਰ ਤੇ 21 ਦੇ ਵਿੱਚ ਕਿਸ ਤਰੀਕੇ ਨਾਲ 4 ਮਹੀਨਿਆਂ ਜਾਂ 6 ਮਹੀਨਿਆਂ ਦੀ ਜਿਹੜੀ ਗੱਲ ਸੀ, ਕਾਂਗਰਸ ਸਰਕਾਰ ਨੇ ਕਿੰਨਾ ਕਰਜ਼ ਲਿਆ ਤੇ ਕਿੰਨਾ ਉਸਦਾ ਭੁਗਤਾਨ ਕੀਤਾ, ਉਹ ਭੁਗਤਾਨ ਦੂਣਾ ਹੋ ਗਿਆ। ਮਤਲਬ ਉਹਨਾਂ ਨੇ ਇਹ ਸਾਫ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਪਾਰਟੀ ਨੇ, ਮਾਫ ਕਰਨਾ, ਪਿਛਲੀ ਸਰਕਾਰ ਨੇ ਜਿਹੜਾ ਕਰਜ਼ ਲਿਆ ਤਾਂ ਉਸ ਕਰਜ਼ ਦਾ ਉਹ ਭੁਗਤਾਨ ਨਹੀਂ ਕਰ ਸਕੇ, ਤਾਂ ਉਹ ਜਿਹੜਾ ਮੂਲ ਸੀ ਉਹ ਡਬਲ ਹੋ ਗਿਆ। ਹੁਣ ਇਹ ਜਿਹੜੀਆਂ ਦੋ ਚੀਜ਼ਾਂ ਨੇ ਬੜੀਆਂ ਮਹੱਤਵਪੂਰਨ ਨੇ। 8100 ਰੁਪਇਆ ਤੁਸੀਂ ਕਰਜ਼ ਲੈ ਰਹੇ ਜੇ ਤੇ 10,336 ਕਰੋੜ ਰੁਪਏ ਦੀ ਤੁਸੀਂ ਕਰਜ਼ੇ ਦੀ ਅਦਾਇਗੀ ਕਰ ਰਹੇ, ਜਿਹਦੇ ਨਾਲ ਹਰਪਾਲ ਚੀਮਾ ਹੁਣ ਇਹ ਦਾਅਵਾ ਕਰ ਰਹੇ ਆ ਕਿ ਇਹ ਜਿਹੜੀ ਰਕਮ, ਜਿਹੜਾ ਟੈਕਸ ਜਿਹੜਾ ਪੰਜਾਬ ਦੇ ਸਰਕਾਰੀ ਖਜ਼ਾਨੇ 'ਚ ਜਮਾ ਹੋਇਆ, ਇਹਦੇ ਨਾਲ ਅਸੀਂ ਜਿਹੜੇ ਪਨਸਪ ਵਰਗੇ ਅਦਾਰੇ ਨੇ, ਪਨਸਪ ਅਦਾਰਾ ਬੀਤੇ ਦੌਰ 'ਚ ਸੁਖਵਿੰਦਰ ਜੀ ਚੱਲਦਾ ਰਿਹਾ, ਜਿਹਦੇ ਵਿੱਚੋਂ ਗਰੀਬ ਲੋਕਾਂ ਨੂੰ ਸਸਤਾ ਰਾਸ਼ਨ ਪੱਤੇ ਜਿਹੜੇ ਨੇ, ਦਾਲਾਂ ਦੂਲਾਂ ਸਪਲਾਈ ਹੁੰਦੀਆਂ ਸੀ। ਤੇ ਬੀਤੇ ਲੰਮੇ ਸਮੇਂ ਤੋਂ ਪਨਸਪ ਸਿਰਫ ਇੱਕ ਨਾਂ ਦਾ ਮਹਿਕਮਾ ਜਿਹੜਾ ਰਹਿ ਗਿਆ। ਮੇਰਾ ਨਹੀਂ ਖਿਆਲ ਕਿ ਕਿਤੇ ਉਹਦੇ ਦਫ਼ਤਰ ਵੀ ਕਿਤੇ ਪਨਸਪ ਦੇ, ਹੁਣ ਅਫਸਰਸ਼ਾਹੀ ਜ਼ਰੂਰ ਆ ਪਰ ਉਹਦੇ ਡੀਪੂ ਜਿਹੜੇ ਨੇ ਉਹ ਮੈਂ ਕਿਤੇ ਨਹੀਂ ਵੇਖੇ ਪਿਛਲੇ 20-25 ਸਾਲਾਂ ਤੋਂ। ਹਾਲਾਂਕਿ ਮੈਂ ਜਦੋਂ ਛੋਟਾ ਸਾਂ, ਮੇਰਾ ਬਜ਼ੁਰਗ ਇਹਨਾਂ ਪਨਸਪ ਦੀਆਂ ਦੁਕਾਨਾਂ ਤੋਂ ਸਮਾਨ ਜ਼ਰੂਰ ਖਰੀਦ ਕੇ ਲਿਆਉਂਦੇ ਰਹੇ ਸੀ, ਦਾਲਾਂ ਆਟਾ ਜੋ ਵੀ ਹੈ, ਪਰ ਉਹ ਬੰਦ ਹੈ ਹੁਣ। ਤਾਂ ਹਰਪਾਲ ਚੀਮਾ ਨੇ ਇਹ ਗੱਲ ਦਾਅਵਾ ਕੀਤਾ ਕਿ ਹੁਣ ਅਸੀਂ ਇਸ ਪੈਸੇ ਨਾਲ ਇੱਕ ਪਾਸੇ ਨਾਲ ਉਹ ਪਨਸਪ ਵਰਗੇ ਜਿਹੜੇ ਅਦਾਰੇ ਬੰਦ ਪਏ ਨੇ ਉਹਨਾਂ ਨੂੰ ਪੁਨਰ ਸੁਰਜੀਤ ਕਰਾਂਗੇ, ਤੇ ਦੂਜੇ ਪਾਸੇ ਪੰਜਾਬ ਦੇ ਜਿਹੜੇ ਕ੍ਰਿਸ਼ੀ ਸਹਿਕਾਰੀ ਬੈਂਕ ਨੇ ਜਿਹੜੇ ਬੀਤੇ ਸਮੇਂ ਦੇ ਜਿਹੜੇ ਬੜੇ ਘਾਟੇ 'ਚ ਚੱਲਦੇ ਪਏ ਨੇ, ਅਸੀਂ ਉਹਦੇ ਵੱਲ ਇਹਨਾਂ ਦੀ ਜਿਹੜੀ ਸਥਿਤੀ ਜਿਹੜੀ ਆ ਉਹ ਸੁਧਾਰਨ ਦੀ ਜਿਹੜੀ ਗੱਲ ਕਰਨੀ ਹੈ, ਇਹਦੇ ਵੱਲ ਆਉਣਾ। ਤੇ ਤੀਸਰੀ ਗੱਲ ਹਰਪਾਲ ਮਾਫ ਕਰਦਾ ਕੇਜਰੀਵਾਲ ਭਗਵੰਤ ਮਾਨ ਹੁਣੀ ਹੁਣ ਇਹ ਕਹਿ ਰਹੇ ਆ ਕਿ ਜਿਹੜੀ ਅਸੀਂ ਬਿਜਲੀ ਦੀ ਗਰੰਟੀ ਦਿੱਤੀ ਸੀ ਉਹਨਾਂ ਗਰੰਟੀਆਂ ਨੂੰ ਪੂਰਾ ਕਰਨ ਵਾਸਤੇ, ਮਾਫ ਕਰਦਾ ਮੈਂ ਇਹ ਗੱਲ ਬਾਅਦ 'ਚ ਕਰਦਾ, ਤੇ ਨਾਲ ਹੀ ਹਰਪਾਲ ਚੀਮਾ ਨੇ ਇਹ ਵੀ ਗੱਲ ਕਹੀ ਆ ਕਿ ਇਸ ਪੈਸੇ ਨਾਲ ਜਿਹੜੀਆਂ ਬਿਜਲੀ ਦੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਉਹਦਾ ਭੁਗਤਾਨ ਵੀ ਅਸੀਂ ਕਰ ਸਕਣੇ। ਇਹ ਹਰਪਾਲ ਚੀਮਾ ਦੀਆਂ 3 ਸਟੇਟਮੈਂਟਾਂ ਨੇ। ਤੋਂ ਉਸ ਤੋਂ ਇਲਾਵਾ ਭਗਵੰਤ ਮਾਨ ਔਰ ਹਰਪਾਲ ਚੀਮਾ ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਦਾ ਵੀ ਇੱਕ ਸਾਂਝਾ ਬਿਆਨ ਸਾਹਮਣੇ ਆਇਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਬਿਜਲੀ ਜਿਹੜੀ ਆ 600 ਯੂਨਿਟ ਬਹੁਤ ਕਰਨ ਦੀ ਜਿਸ ਮੁੱਦੇ ਤੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਘੇਰਦੀਆਂ ਰਹੀਆਂ ਨੇ, ਸਾਡੇ ਕੋਲ ਹੁਣ ਸਾਰੇ ਉਹ ਵਸੀਲੇ ਆ ਗਏ ਨੇ ਜਿਹਦੇ ਨਾਲ ਅਸੀਂ ਲੋਕਾਂ ਦਾ ਭੁਗਤਾਨ ਕਰਾਂਗੇ। ਇਹ ਪੰਜਾਬ ਦੀ ਮੌਜੂਦਾ ਸਰਕਾਰ ਦਾ ਪੱਖ ਹੈਗਾ। ਹੁਣ ਸੁਖਵਿੰਦਰ ਜੀ ਪ੍ਰਸ਼ਨ ਇਹ ਉੱਠਦਾ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹੋ ਜਿਹੇ ਦਾਅਵੇ ਜਾਂ ਵਾਅਦੇ ਨਹੀਂ ਕੀਤੇ। ਹਰ ਸਰਕਾਰ ਇਹੋ ਢਿੰਡੋਰਾ ਪਿੱਟਦੀ ਰਹੀ ਆ ਕਿ ਸਾਡੇ ਕੋਲ ਖਜ਼ਾਨਾ ਖਾਲੀ ਆ, ਸਾਡਾ ਖਜ਼ਾਨਾ ਹੈ ਨਹੀਂ। ਤੁਸੀਂ ਬੜਾ ਵਧੀਆ ਸ਼ਬਦ ਕੀਤਾ ਕਿ ਮਨਪ੍ਰੀਤ ਬਾਦਲ ਹੋਣਾ ਨੂੰ ਪੀਪਾ ਮੰਤਰੀ ਕਹਿਣਾ ਸ਼ੁਰੂ ਕਰ ਦਿੱਤਾ ਸੀ, ਲੋਕਾਂ ਨੇ ਟਰੋਲ ਹੁੰਦਾ ਰਿਹਾ। ਤੇ ਹਮੇਸ਼ਾ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਸਾਡੀ ਪੜਾਈ ਤੇ ਫਿਰ ਲਾਹਨਤ ਆ,
ਤਾਂ ਸੁਖਵਿੰਦਰ ਜੀ ਫਿਰ ਲਾਹਨਤ ਤਾਂ ਫਿਰ ਹੈ ਹੀ ਹੈ, ਸ਼ਾਇਦ ਤੁਸੀਂ ਉਹ ਸ਼ਬਦ ਉਸ ਵੇਲੇ ਕਹਿਣ ਨੂੰ ਝੱਕ ਗਏ ਹੋਵੋਗੇ। ਜੇਕਰ ਆ ਸਰਕਾਰ ਆਪਣੇ ਦਾਅਵੇ ਕਰ ਰਹੀ ਆ, ਸੁਖਵਿੰਦਰ ਜੀ ਕੋਈ ਵੀ ਸਰਕਾਰ ਕਿਤੇ ਇਹੋ ਜਿਹੇ ਦਾਅਵੇ ਕਰਕੇ ਆਪ ਬੈਲ ਮੁਝੇ ਮਾਰ ਵਾਲੀ ਸਥਿਤੀ ਪੈਦਾ ਨਹੀਂ ਕਰਦੀ ਹੁੰਦੀ। ਜੇ ਸਰਕਾਰ ਕਈ ਨੇ ਵਾਰੀ ਨਾ ਇਹ ਦਾਅਵੇ ਸਥਿਤੀਆਂ ਕੀਤੇ, ਸਾਹਿਬ ਇਹ ਵੀ ਹੋਈਆਂ ਨੇ, ਮੈਂ ਆਪਣੇ ਦਰਸ਼ਕਾਂ ਨੂੰ ਕਲੀਅਰ ਕਰ ਦੇਵਾਂ ਕਿਉਂਕਿ ਬਹੁਤ ਸਾਰੇ ਦਰਸ਼ਕ ਪਤਾ ਨਹੀਂ ਕੀ ਸੋਚ ਰਹੇ ਹੋਣਗੇ। ਅਸੀਂ ਉਹ ਸਥਿਤੀਆਂ ਅੱਜ ਤੁਹਾਨੂੰ ਦੱਸ ਰਹੇ ਹਾਂ ਜਿਹੜੀਆਂ ਸਰਕਾਰ ਨੇ ਪੇਸ਼ ਕੀਤੀਆਂ ਨੇ। ਇਹ ਸਥਿਤੀਆਂ ਸਹੀ ਵੀ ਨੇ ਜਾਂ ਫਿਰ ਨਹੀਂ ਸਹੀ, ਇਸ ਤੇ ਪੂਰੇ ਜਿਹੜੇ ਆਰਥਿਕ ਮਾਹਰ ਨੇ, ਸਾਡੇ ਪੰਜਾਬ ਦੇ ਪ੍ਰਸਿੱਧ ਆਰਥਿਕ ਮਾਹਰ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਸਰਕਾਰਾਂ ਕੀ ਕਰਦੀਆਂ। ਕਿਉਂਕਿ ਹੁਣ ਇਹਨਾਂ ਚੀਜ਼ਾਂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਸਾਡੇ ਵਰਗੇ ਜਾਂ ਆਮ ਲੋਕਾਂ ਨੂੰ ਇਹਨਾਂ ਬਾਰੇ ਪਤਾ ਨਹੀਂ, ਕਿਉਂਕਿ ਉਹਨਾਂ ਨੇ ਪਤਾ ਨਹੀਂ ਕਰਨਾ ਕਿ 41% GST ਕੀ ਹੋ ਗਿਆ ਜੀ, 24% GST ਕੀ ਹੋ ਗਿਆ। ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਵਰਗੇ ਲੋਕਾਂ ਦੇ ਸਮਝਣੀਆਂ ਵੱਸ ਦੀ ਗੱਲ ਨਹੀਂ ਹੈਗੀਆਂ, ਔਰ ਨਾ ਹੀ ਛੇਤੀ ਪਤਾ ਕੀਤੀਆਂ ਜਾ ਸਕਦੀਆਂ। ਔਰ ਜਿਹੜੇ ਆਰਥਿਕ ਮਾਹਰ ਨੇ ਉਹ ਚੰਗੇ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ। ਅੱਜ ਅਸੀਂ ਤੁਹਾਨੂੰ ਇਹ ਗੱਲ ਦੱਸ ਰਹੇ ਹਾਂ ਕਿ ਸਰਕਾਰ ਇਹ ਕੁਝ ਕਹਿੰਦੀ ਹੈ, ਔਰ ਸਰਕਾਰ ਦੀਆਂ ਇਹ ਕਈਆਂ ਗੱਲਾਂ ਸਹੀ ਨੇ ਜਾਂ ਨਹੀਂ ਸਹੀ, ਇਸ ਤੇ ਜਿਹੜੀ ਹੈ ਪੂਰੀ ਜਾਣਕਾਰੀ ਤੁਹਾਨੂੰ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਆਰਥਿਕ ਮਾਹਰ ਜਿਹੜੇ ਹੋਣਗੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਦੱਸਾਂਗੇ ਕਿ ਵਾਕਈ ਜੋ ਹਾਲਾਤ ਦੱਸੇ ਆ ਸਰਕਾਰ ਦੇ ਵੱਲੋਂ ਕਿ ਵਾਕਈ ਜਿਹੜੇ ਉਹ ਸਹੀ ਨੇ, ਤੇ ਇਹਨਾਂ ਹਾਲਾਤਾਂ ਦੇ ਮੁਤਾਬਕ ਜੇ ਅਗਲੇ 5 ਸਾਲ ਚੱਲਿਆ ਜਾਂਦਾ ਹੈ ਕਿ ਉਹਨਾਂ ਹਾਲਾਤ ਮਾਫ ਕਰਨਾ ਉਹਨਾਂ ਚੀਜ਼ਾਂ ਦੇ ਕਰਕੇ ਇਹਨਾਂ ਜਿਸ ਤਰੀਕੇ ਨਾਲ ਉਹਨਾਂ ਨੇ ਵਾਅਦਾ ਦਿਖਾਇਆ ਗਿਆ ਖਜ਼ਾਨੇ ਦਾ, ਤਾਂ ਉਹਨਾਂ ਵਾਅਦੇ ਜਿਹੜੇ ਉਹ ਵਾਅਦੇ ਹੋਣਗੇ ਉਹ ਆਉਣ ਵਾਲੇ 5 ਸਾਲਾਂ ਦੇ ਅੰਦਰ ਪੰਜਾਬ ਦੇ ਵਿਕਾਸ ਲਈ, ਪੰਜਾਬ ਦੇ ਕਰਜ਼ੇ ਨੂੰ ਲਾਉਣ ਦੇ ਲਈ ਕੀ ਉਹ ਕਾਫੀ ਹੋਣਗੇ ਜਾਂ ਫਿਰ ਹੋਰ ਹੰਭਲੇ ਮਾਰਨ ਦੀ ਜ਼ਰੂਰਤ ਹੈ, ਜਾਂ ਫਿਰ ਇਹ ਦਿਖਾਈ ਅੰਕੜੇ ਸਹੀ ਨੇ ਜਾਂ ਨਹੀਂ ਸਹੀ, ਇਹ ਜ਼ਰੂਰ ਅਸੀਂ ਤੁਹਾਨੂੰ ਜਿਹੜੀ ਹੈ ਕੱਲ ਨੂੰ ਜਾਣਕਾਰੀ ਦੇਵਾਂਗੇ। ਪਰ ਫਿਲਹਾਲ ਜਿਵੇਂ ਅਣਖੀ ਸਾਹਿਬ ਵੀ ਕਹਿ ਰਹੇ ਨੇ ਕਿ ਛੇਤੀ ਸਰਕਾਰ ਕੋਈ ਅਜਿਹੇ ਵਾਅਦੇ ਕਰਕੇ ਆਪਦੇ ਪੈਰ ਤੇ ਆਪ ਤਾੜਾ ਨਹੀਂ ਮਾਰੂ, ਕਿਉਂਕਿ ਉਹਨਾਂ ਨੂੰ ਵੀ ਪਤਾ ਜੇ ਅੱਜ ਅਸੀਂ ਬਿਆਨ ਦੇ ਦਿੱਤੇ ਤਾਂ ਕੱਲ ਨੂੰ ਬਹੁਤ ਸਾਰੇ ਲੋਕ ਇਹੋ ਜਿਹੇ ਖੜੇ ਹੋ ਜਾਣੇ ਆ ਜਿਨ੍ਹਾਂ ਨੇ ਆਰਟੀਆਈਆਂ ਪਾ ਕੇ ਕੁਝ ਨਾ ਕੁਝ ਜਿਹੜਾ ਨਵਾਂ ਸਾਹਮਣੇ ਕੱਢ ਲਿਆਉਣਾ। ਔਰ ਪਿਛਲੇ ਸਮੇਂ ਦੇ ਵਿੱਚ ਇਸ ਸਰਕਾਰ ਦੇ ਖਿਲਾਫ ਅਜਿਹਾ ਬਹੁਤ ਕੁਝ ਨਿਕਲਦਾ ਵੀ ਰਿਹਾ। ਅਣਖੀ ਸਾਹਿਬ ਜੇ ਮੈਂ ਗੱਲ ਕਰਾਂ ਤਾਂ ਉੱਥੇ ਹੀ ਮੈਂ ਫੇਰ ਆਉਣ ਲੱਗਿਆ ਕਿ ਕੱਲ ਅਸੀਂ ਫੇਰ ਤੁਹਾਨੂੰ ਦੱਸਾਂਗੇ ਕਿ ਵਾਕਈ ਸਰਕਾਰ ਦੇ ਵੱਲੋਂ ਜਿਹੜੇ ਇਹ ਦਾਅਵੇ ਕੀਤੇ ਗਏ ਨੇ ਉਹ ਵਾਕਈ ਸਹੀ ਨੇ ਜਾਂ ਨਹੀਂ ਸਹੀ, ਜਾਂ ਫਿਰ ਇਹ ਹੰਭਲੇ ਪੰਜਾਬ ਦੇ ਲਈ ਕਾਫੀ ਹੋਣਗੇ ਜਾਂ ਹੋਰ ਹੰਭਲੇ ਕਰਨ ਦੀ ਲੋੜ ਹੈ। ਇਸ ਤੇ ਅਸੀਂ ਪੂਰਨ ਜਿਹੜੀ ਜਾਣਕਾਰੀ ਦੇਵਾਂਗੇ। ਫਿਲਹਾਲ ਜਿਹੜੀ ਅੱਜ ਸਾਡੇ ਵੱਲੋਂ ਜਾਣਕਾਰੀ ਹੈ ਉਹ ਇਹੀ ਹੈ ਕਿ ਜੋ ਕੁਝ ਸਰਕਾਰ ਜਿਹੜਾ ਦਾਅਵਾ ਆਪਣੇ ਵੱਲੋਂ ਕਰ ਰਹੀ ਹੈ, ਆਪਣੀ ਪਿੱਠ ਖੁਦ ਥਪਥਪਾ ਰਹੀ ਹੈ ਜਿਹੜੀ ਪੰਜਾਬ ਦੀ ਸਰਕਾਰ, ਉਹ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ। ਕਿਉਂ ਅਣਖੀ ਦਾ ਬਿਲਕੁਲ ਸੁਖਵਿੰਦਰ ਜੀ, ਮੈਂ ਇਹ ਬਤੌਰ ਅਸੀਂ ਪੱਤਰਕਾਰ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਬੜੀ ਵਧੀਆ ਤੁਸੀਂ ਗੱਲ ਕੀਤੀ ਇਹਦੇ ਉੱਤੇ, ਇਸ ਵਿਸ਼ੇ ਦੇ ਉੱਤੇ ਜਿਹੜੇ ਸਾਡੇ ਨਾਮਵਰ ਅਰਥ ਸ਼ਾਸਤਰੀ ਹੋਣਗੇ, ਜਿਹੜੇ ਅਰਥ ਵਿਵਸਥਾ ਨੂੰ ਸਮਝਦੇ ਆ ਕਿਸੇ ਵੀ ਰਾਜ ਦੀ, ਉਹ ਇਹਦੇ ਉੱਤੇ ਬੈਟਰ ਜਿਹੜੀ ਆ ਜਾਣਕਾਰੀ ਕਰ ਸਕਦੇ, ਕਿਉਂਕਿ ਸਾਡਾ ਜਿਹੜਾ ਵਿਸ਼ਲੇਸ਼ਣ ਆ ਉਹ ਵਿਸ਼ਲੇਸ਼ਣ ਸਰਕਾਰ ਦੇ ਉਹਨਾਂ ਦਾਅਵਿਆਂ ਨੂੰ ਆਪਣੇ ਦਰਸ਼ਕਾਂ ਤੱਕ ਪੇਸ਼ ਕਰਨਾ। ਹੁਣ ਉਹਨਾਂ ਦਾਅਵਿਆਂ ਦੀ ਸੱਚਾਈ ਕੀ ਹੈ ਜਾਂ ਕੀ ਨਹੀਂ, ਇਹ ਸਾਡੇ ਅਰਥ ਸ਼ਾਸਤਰੀ ਮਾਹਿਰ ਜਿਹੜੇ ਹੋਣਗੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਜਾਊਗੀ ਜ਼ਰੂਰ ਹੋਏਗੀ। ਪਰ ਸੁਖਵਿੰਦਰ ਜੀ ਇਹਦੇ ਨਾਲ ਇੱਕ ਗੱਲ ਮੈਂ ਹੋਰ ਕਹਿਦਾ, ਅੱਜ ਇਹ ਸਟੇਟਮੈਂਟ ਆਈ ਆ, ਕੱਲ ਨੂੰ ਤੁਸੀਂ ਦੇਖੋ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਨੇ, ਵਿਰੋਧੀ ਪਾਰਟੀਆਂ ਨੇ, ਉਹਨਾਂ ਨੇ ਇਹਦੇ ਤੇ ਵੀ ਪ੍ਰਤੀਕਰਮ ਦੇ ਦੇਣਾ। 2-3 ਜਿਹੜੇ ਪੰਜਾਬ ਦੇ ਖਾਸਮ ਖਾਸ ਸਪੋਕਸਮੈਨ ਹੈਗੇ ਜਿਹੜੇ ਇਹੋ ਸੋਚਦੇ ਰਹਿੰਦੇ ਆ, ਇੱਕ ਦਿੱਲੀ ਵਾਲਾ ਮਨਜਿੰਦਰ ਸਿੰਘ ਸਰਸਾ ਹੋਣੀ ਹੋਈ, ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਹੋਣੀ ਹੋਈ, ਉਹ ਤਿਆਰ ਨੇ, ਉਹਨਾਂ ਨੇ ਵੀ ਡਾਟਾ, ਤੁਸੀਂ ਤੇ ਆਰਟੀਆਈ ਦੀ ਤੇ ਬੜੀ ਦੂਰ ਦੀ ਗੱਲ ਕਰ ਰਹੇ ਜੇ। ਇਹ ਕੱਲ ਤੱਕ ਹੀ ਵੇਖੋ ਕਿ ਸੁਖਪਾਲ ਸਿੰਘ ਖਹਿਰਾ ਹੋਣਾ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹ ਆਯੋਜਿਤ ਹੋਈ ਸਮਝੋ, ਦੂਜੇ ਪਾਸੇ ਮਨਜਿੰਦਰ ਸਿੰਘ ਸਰਸੇ ਦਾ ਬਿਆਨ ਵੀ ਆ ਜਾਂਦਾ ਕਿ ਹਾਂਜੀ ਇਹ ਇਸ ਤਰ੍ਹਾਂ ਤੋਂ ਹੀ ਕਰੋ। ਸੋ 2-3 ਬੰਦੇ ਪੰਜਾਬ ਦੇ ਹੈਗੇ ਨੇ ਜਿਹੜੇ ਸਰਕਾਰ ਦੇ ਇਹਨਾਂ ਦਾਅਵਿਆਂ ਦੇ ਸੱਚ ਦੀ ਪੋਲ ਖੋਲਣਗੇ, ਉਹ ਕਿੰਨੇ ਕੁ ਸੱਚ ਨੇ ਕਿੰਨੇ ਕੁ ਝੂਠ ਨੇ। ਪਰ ਸੁਖਵਿੰਦਰ ਜੀ ਜਿਹੜਾ ਮੇਰਾ ਜਿਹੜਾ ਵਿਸ਼ਲੇਸ਼ਣ ਸੀ, ਮੇਰਾ ਵਿਸ਼ਲੇਸ਼ਣ ਸਿਰਫ ਇਹ ਦੱਸਣ ਤੱਕ ਸੀਮਤ ਆ ਕਿ ਜੇਕਰ ਇਹ ਸਰਕਾਰ ਇਹ ਦਾਅਵਾ ਕਰ ਰਹੀ ਹੈ 4 ਮਹੀਨਿਆਂ ਦੇ ਵਿੱਚ ਏਦਾਂ ਕੁਝ ਹੋਇਆ, ਤੇ ਫਿਰ ਸੁਖਵਿੰਦਰ ਜੀ ਜਿਹੜੀ ਭੂਮਿਕਾ ਦੇ ਵਿੱਚ ਤੁਸੀਂ ਮਨਪ੍ਰੀਤ ਬਾਦਲ ਦੇ ਸੰਬੰਧੀ, ਵਿੱਦਿਆ ਦੇ ਸੰਬੰਧੀ ਜਿਹੜੀ ਗੱਲ ਕੀਤੀ ਸੀ, ਮੈਂ ਸਿਰਫ ਉਤੋਂ ਤੱਕ ਹੀ ਸੀਮਤ ਰਹਾਂਗਾ। ਉਹ ਬੜੀ ਵਧੀਆ ਗੱਲ ਆ। ਫਿਰ ਵਾਕਿਆ ਹੀ ਲੱਖ ਲਾਹਨਤ ਆ ਉਹਨਾਂ ਬੰਦਿਆਂ ਦੇ ਉੱਤੇ ਕਿ ਜਿਹੜੇ 5 ਸਾਲ ਪੰਜਾਬ ਨੂੰ ਲੁੱਟਦੇ ਰਹੇ, ਕੁੱਟਦੇ ਰਹੇ ਆ ਤੇ ਪੰਜਾਬ ਦਾ ਕੀਤਾ ਕੱਖ ਨਹੀਂ, ਤੇ ਨਾ ਹੀ ਉਹ ਦਾਅਵੇ ਕੀਤੇ, ਤੇ ਈਵਨ ਕਿ ਉਹ ਦਾਅਵਾ ਬਾਅਦ ਚ ਵੀ ਕਰਕੇ ਗਏ ਆ ਕਿ ਹਾਂਜੀ ਪੰਜਾਬ ਦਾ ਖਜ਼ਾਨਾ ਖਾਲੀ ਆ। ਇਸ ਤਰ੍ਹਾਂ ਨਹੀਂ ਹੋ ਸਕਦਾ। ਤੇ ਸੁਖਵਿੰਦਰ ਜੀ ਜੇ ਕਿਸੇ ਨੇ ਪਾਰਟੀ ਨੇ ਇਹਨਾਂ ਦਾਅਵਾ ਕੀਤਾ, ਜੇ ਕਿਸੇ ਮੰਤਰੀ ਨੇ ਕੀਤਾ, ਤਾਂ ਕੁਦਰਤੀ ਤੌਰ ਤੇ ਉਹਦਾ
ਅਸੀਂ ਕਿਸੇ ਦੀ ਸ਼ਲਾਘਾ ਜਾਂ ਅਸੀਂ ਕਿਸੇ ਦੇ ਪਲੇਟਫਾਰਮ ਤੋਂ ਨਹੀਂ ਗੱਲ ਕਰ ਰਹੇ, ਅਸੀਂ ਜਨਰਲ ਗੱਲ ਕਰ ਰਹੇ ਹਾਂ ਕਿ ਸਰਕਾਰ ਨੇ ਜੇਕਰ ਇਹ ਦਾਅਵਾ ਕੀਤਾ, ਆਪਣੀ ਪਿੱਠ ਥਾਪੜੀ ਆ, ਤਾਂ ਚੰਗੀ ਗੱਲ ਆ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ, ਲੋਕਾਂ ਦਾ ਟੈਕਸ ਦਾ ਪੈਸਾ ਜੇਕਰ ਵਾਕਿਆ ਹੀ ਠੀਕ ਜਗ੍ਹਾ ਤੇ ਜਮ੍ਹਾਂ ਹੋ ਰਿਹਾ ਤਾਂ ਸੁਖਵਿੰਦਰ ਜੀ ਇਸ ਦੀ ਸ਼ਲਾਘਾ ਕਰਨੀ ਬਣਦੀ ਆ। ਬਾਕੀ ਇਹ ਅਰਥ ਸ਼ਾਸਤਰੀਆਂ ਦਾ ਕੰਮ ਆ ਜਾਂ ਵਿਰੋਧੀ ਪਾਰਟੀਆਂ ਦਾ ਕੰਮ ਆ ਕਿ ਕਿੱਥੋਂ ਉਹਨਾਂ ਨੇ ਸਰਕਾਰ ਦੀ ਇਹਨਾਂ ਦਾਅਵਿਆਂ ਦੇ ਸੱਚ ਦੀ ਜਾਂਚ ਕਰਦੀ ਹੈ। ਅਸੀਂ ਵੀ ਆਪਣੇ ਤੌਰ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਦਾਅਵੇ ਜਿਹੜੇ ਸਰਕਾਰ ਦੇ ਉਹ ਸਹੀ ਨੇ ਜਾਂ ਨਹੀਂ ਸਹੀ। ਉਹ ਪੂਰੀ ਬਾਬਤ ਜਿਹੜੀ ਜਾਣਕਾਰੀ ਸਾਡੇ ਦਰਸ਼ਕ ਸਾਡੇ ਤੇ ਭਰੋਸਾ ਕਰਦੇ ਨੇ ਉਹਨਾਂ ਤੱਕ ਜਿਹੜੀ ਅਸੀਂ ਜ਼ਰੂਰ ਪਹੁੰਚਾਵਾਂਗੇ। ਅਗਲੀ ਖਬਰ ਦੀ ਆਪਾਂ ਅਣਖੀ ਸਾਹਿਬ ਗੱਲਬਾਤ ਕਰ ਰਹੇ ਹਾਂ। ਰਾਘਵ ਚੱਡੇ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਗਈ ਸੀ, ਉਸ ਪਟੀਸ਼ਨ ਦਾ ਨਿਪਟਾਰਾ ਅਣਖੀ ਸਾਹਿਬ ਹੋ ਗਿਆ। ਉਹਦੇ ਵਿੱਚ ਜ਼ਰੂਰ ਪੰਜਾਬ ਸਰਕਾਰ ਨੂੰ ਰਾਹਤ ਹੈ, ਰਾਘਵ ਚੱਡਾ ਨੂੰ ਰਾਹਤ ਹੈ। ਤੇ ਇੱਕ ਹੋਰ ਵੱਡੇ ਅਫਸਰ ਦੇ ਖਿਲਾਫ ਪਟੀਸ਼ਨ ਪਾਈ ਗਈ ਜਿਹਦੇ ਵਿੱਚ ਸਰਕਾਰ ਦੇ ਕੋਲੋਂ ਜਵਾਬ ਜਾਂ ਰਿਕਾਰਡ ਮੰਗਿਆ ਗਿਆ। ਇੱਕ 'ਚ ਝਟਕਾ ਮੰਨਿਆ ਜਾ ਰਿਹਾ, ਦੂਜੇ 'ਚ ਰਾਹਤ ਮੰਨੀ ਜਾ ਰਹੀ ਹੈ। ਕੀ ਦੋਵੇਂ ਮਾਮਲੇ ਨੇ ਤੇ ਕੀ ਕੁਝ ਸਾਹਮਣੇ ਆ? ਸੁਖਵਿੰਦਰ ਜੀ, ਇਸ ਤਰ੍ਹਾਂ ਸੀ ਕਿ ਜਿਹੜਾ ਰਾਘਵ ਚੱਡਾ ਦੇ ਸਬੰਧ ਦੇ ਵਿੱਚ ਸੀ, ਉਹ ਤਾਂ ਉਸ ਕਮੇਟੀ ਜਿਹੜੀ ਹਾਈ ਪ੍ਰੋਫਾਈਲ ਕਮੇਟੀ ਬਣੀ ਸੀ, ਉਸ ਕਮੇਟੀ ਦੇ ਚੇਅਰਮੈਨ ਨੂੰ ਲੈ ਗਈ ਸੀ, ਜਿਹਦੇ ਉੱਤੇ ਇੱਕ ਨਾਮਵਰ ਵਕੀਲ ਨੇ ਇਹ ਟਿੱਪਣੀ ਕੀਤੀ ਸੀ ਜਾਂ ਇਹ ਕੇਸ ਦਾਇਰ ਕੀਤਾ ਸੀ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਇਹੋ ਜਿਹਾ ਚੇਅਰਮੈਨ ਜਿਹੜਾ ਕਿਸੇ ਕਮੇਟੀ ਦਾ ਜਿਹੜੀ ਅਸੰਵਿਧਾਨਕ ਹੈ, ਇਹ ਸੰਵਿਧਾਨਕ ਤੌਰ ਤੇ ਇਸ ਨੂੰ ਨਹੀਂ ਲਾਇਆ ਜਾ ਸਕਦਾ। ਤੇ ਦੂਜੇ ਪਾਸੇ ਜਿਹੜੇ ਵੀਕੇ ਜੰਜੂਆ ਨੇ, ਜਿਹੜੇ ਇਸ ਵੇਲੇ ਪੰਜਾਬ ਦੇ ਚੀਫ ਸੈਕਟਰੀ ਨੇ, ਉਹਨਾਂ ਨੂੰ ਲੈ ਕੇ ਇੱਕ ਪਟੀਸ਼ਨ ਇਹ ਵੀ ਦਾਇਰ ਕੀਤੀ ਗਈ ਸੀ ਕਿ ਹਾਂ ਭਈ ਇਹਨਾਂ ਦੇ ਉੱਤੇ ਜਿਹੜਾ ਵਿਜੀਲੈਂਸ ਬਿਊਰੋ ਦਾ ਕਿਸੇ ਸਮੇਂ ਦਾ ਕੇਸ ਜਿਹੜਾ ਦਰਜ ਹੈਗਾ ਤੇ ਇਹਨਾਂ ਨੂੰ ਉਹ ਪ੍ਰਮੋਸ਼ਨ ਜਿਹੜੀ ਨਹੀਂ ਦਿੱਤੀ ਜਾ ਸਕਦੀ ਤੇ ਇਹਨਾਂ ਨੂੰ ਪ੍ਰਮੋਸ਼ਨ ਦੇ ਕੇ ਪੰਜਾਬ ਦਾ ਜਿਹੜਾ ਮੁੱਖ ਸਕੱਤਰ ਕਿਵੇਂ ਬਣਾ ਦਿੱਤਾ ਗਿਆ। ਇਹ ਦੋ ਪਟੀਸ਼ਨਾਂ ਹਾਈ ਕੋਰਟ ਦੇ ਵਿੱਚ ਚੱਲਦੀਆਂ ਪਈਆਂ ਸਨ। ਤਾਂ ਪਹਿਲਾਂ ਅਸੀਂ ਰਾਘਵ ਚੱਡਾ ਦੀ ਗੱਲ ਕਰ ਦਿੰਦੇ ਹਾਂ। ਰਾਘਵ ਚੱਡਾ ਦੇ ਸੰਬੰਧ ਦੇ ਵਿੱਚ ਹਾਈ ਕੋਰਟ ਨੇ ਸਰਕਾਰ ਨੂੰ ਇਹ ਗੱਲ ਕਹਿਤੀ ਕਿ ਇਹ ਸਰਕਾਰ ਦਾ ਕੰਮ ਆ, ਇਹਦੇ ਮੁੱਦੇ ਤੇ ਨਾ ਤਾਂ ਅਸੀਂ ਕੋਈ ਸੁਣਵਾਈ ਕਰਨੀ ਆ, ਨਾ ਹੀ ਸਰਕਾਰ ਨੂੰ ਕੋਈ ਨੋਟਿਸ ਦੇਣਾ। ਸਰਕਾਰ ਆਪਣੇ ਪੱਧਰ ਤੇ ਵੇਖੇ ਕਿ ਉਸਨੇ ਚੇਅਰਮੈਨ ਲਾਉਣਾ ਕਿ ਨਹੀਂ ਲਾਉਣਾ। ਜੋ ਸਥਿਤੀ ਆ, ਭਾਵ ਇਹ ਪੂਰਨ ਤੌਰ ਤੇ ਜਿਹੜੀ ਜ਼ਿੰਮੇਵਾਰੀ ਆ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਸੁੱਟ ਦਿੱਤੀ ਆ ਤੇ ਉਸ ਪਟੀਸ਼ਨ ਨੂੰ ਜਿਹੜੀ ਉਹ ਰੱਦ ਕਰ ਦਿੱਤਾ। ਤੇ ਬਾਕੀ ਅੱਜ ਸ਼ਾਇਦ ਇਹ ਮੈਂ ਜਿਹੜੀ ਗੱਲ ਕਰਨ ਇਹ ਤੁਹਾਡੇ ਪ੍ਰਸ਼ਨ ਦਾ ਹਿੱਸਾ ਨਹੀਂ, ਪਰ ਜਰਨਲ ਫਿਰ ਵੀ ਦੱਸਦੀ ਆਪਣੇ ਚੈਨਲ ਤੇ ਵੀ ਚੱਲੀ ਆ ਕਿ ਜਿਸ ਤਰੀਕੇ ਨਾਲ ਅੱਜ ਰਾਘਵ ਚੱਡਾ ਨੇ ਪੰਜਾਬ ਦੇ ਪਾਣੀ ਦਾ ਮੁੱਦਾ ਰਾਜ ਸਭਾ ਦੇ ਵਿੱਚ ਚੁੱਕਿਆ, ਉਹ ਵੀ ਚੰਗੀ ਗੱਲ ਆ। ਘੱਟੋ ਘੱਟ ਵਿਰੋਧੀਆਂ ਨੂੰ ਇਹ ਗੱਲ ਤਾਂ ਕਹਿਣ ਦਾ ਮੌਕਾ ਨਹੀਂ ਮਿਲੂਗਾ ਕਿ ਹਾਂ ਭਈ ਰਾਘਵ ਚੱਡਾ ਹੁਣ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦਾ। ਚਲੋ ਕਿਸੇ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਤਾਂ ਕੀਤੀ, ਜੇਕਰ ਕੀਤੀ ਤਾਂ ਸੁਖਵਿੰਦਰ ਜੀ ਫਿਰ ਉਸ ਦੀ ਗੱਲ ਵੀ ਜਿਹੜੀ ਆ ਕਰਨੀ ਬਣਦੀ ਆ। ਸ਼ਾਇਦ ਉਸਨੇ ਆਪਣਾ ਜਿਹੜਾ ਇੱਕ ਕਰਮ ਜਿਹੜਾ ਪੰਜਾਬ ਦੇ ਪ੍ਰਤੀ ਉੱਥੇ ਆਵਾਜ਼ ਉਠਾ ਕੇ ਜ਼ਰੂਰ ਜਿਹੜਾ ਉਹ ਪੂਰਾ ਕੀਤਾ। ਹੁਣ ਅਗਲੀ ਗੱਲ ਜਿਹੜੀ ਅਸੀਂ ਕਰ ਦਈਏ ਕਿ ਹੁਣ ਸਰਕਾਰ ਨੇ ਜਿਸ ਤਰੀਕੇ ਨਾਲ ਉਸਦੀ ਨਿਯੁਕਤੀ ਤਾਂ ਹੋਈ ਆ, ਨੋਟੀਫਿਕੇਸ਼ਨ ਵੀ ਉਹਦੇ ਸੰਬੰਧੀ ਜਿਹੜਾ ਉਹ ਜਾਰੀ ਹੋ ਚੁੱਕਾ। ਬਾਕੀ ਇਹ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਕੀ ਜਵਾਬ ਦਿੰਦੀ, ਕਿਉਂਕਿ ਵਿਰੋਧੀ ਪਾਰਟੀ ਨੇ ਸੁਖਵਿੰਦਰ ਜੀ ਆਮ ਆਦਮੀ ਪਾਰਟੀ ਦੀ ਹਰ ਐਕਟੀਵਿਟੀ ਤੇ ਖੁੰਦਕ ਖਾਣੀ ਆ, ਉਹਨਾਂ ਨੇ ਗੱਲ ਕਰਨੀ ਆ। ਇਹ ਤਾਂ ਇੱਕ ਮੁੱਦਾ ਹਾਈ ਕੋਰਟ ਦਾ ਜਿਹੜਾ ਮਾਨਯੋਗ ਤੁਸੀਂ ਪੁੱਛਿਆ ਉਹ ਤੁਹਾਨੂੰ ਮੈਂ ਦੱਸ ਦਿੱਤਾ। ਹੁਣ ਵੀਕੇ ਜੰਜੂਆ ਦੇ ਸੰਬੰਧੀ ਸਰਕਾਰ ਉਸ ਮੁੱਦੇ ਤੇ ਫਸੀ ਆ, ਕਿਉਂਕਿ ਸਰਕਾਰ ਨੂੰ ਜਿਹੜੇ ਉਧਰ ਦੇ ਵਕੀਲ ਨੇ ਜਿਨ੍ਹਾਂ ਨੇ ਇਹ ਪਟੀਸ਼ਨ ਪਾਈ, ਉਹਨਾਂ ਨੇ ਸਰਕਾਰ ਤੋਂ ਪੁੱਛਿਆ ਕਿ ਤੁਸੀਂ ਦੱਸੋ ਕਿ ਜੇਕਰ ਇਸ ਬੰਦੇ ਦੇ ਉੱਤੇ ਇਸ ਦੋਸ਼ ਆਇਦ ਨੇ ਤਾਂ ਫਿਰ ਤੁਸੀਂ ਇਹਨਾਂ ਨੂੰ ਪ੍ਰਮੋਸ਼ਨ ਕਿਵੇਂ ਦੇ ਦਿੱਤੀ। ਤਾਂ ਫਿਰ ਕਹਿੰਦੇ ਨੇ ਕਿ ਜਿਹੜੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਵਿਨੋਦ ਕਈ ਉਹ ਪੇਸ਼ ਹੋਏ, ਉਹਨਾਂ ਨੇ ਇੰਨੀ ਗੱਲ ਕਹੀ ਜੀ ਨਹੀਂ ਅਸੀਂ ਪ੍ਰਮੋਸ਼ਨ ਨਹੀਂ ਦਿੱਤੀ, ਅਸੀਂ ਟਰਾਂਸਫਰ ਕੀਤਾ ਹੈਗਾ। ਟਰਾਂਸਫਰ ਜਿਹੜਾ ਭਾਵ ਕਿ ਉਹਨਾਂ ਨੇ ਵਿਚਲਾ ਰਸਤਾ ਕੱਢ ਲਿਆ ਕਿ ਤਰੱਕੀ ਇਹਨਾਂ ਨੂੰ ਨਹੀਂ ਦਿੱਤੀ ਗਈ, ਉਹ ਅਨੁਰੁੱਧ ਤਿਵਾੜੀ ਨੂੰ ਸਾਈਡ ਤੇ ਹਟਾ ਕੇ ਇਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਟਰਾਂਸਫਰ ਕੀਤਾ ਗਿਆ। ਪ੍ਰਮੋਸ਼ਨ ਜਿਹੜੀ ਆ ਉਹ ਇਹਨਾਂ ਦੇ ਕੇਸ ਵਿੱਚ ਨਹੀਂ ਆ। ਤਾਂ ਸਰਕਾਰ ਨੇ 2 ਹਫ਼ਤਿਆਂ ਦਾ ਜਿਹੜਾ ਸਮਾਂ ਆ ਉਹ ਇਹਨਾਂ ਪਾਸੋਂ ਮੰਗਿਆ ਕਿ 2 ਹਫ਼ਤਿਆਂ ਦੇ ਵਿੱਚ ਤੁਸੀਂ ਆਪਣਾ ਇਹ ਸਾਰਾ ਜਿਹੜਾ ਡਾਕੂਮੈਂਟਸ ਖਾਸ ਤੌਰ ਤੇ ਵੀਕੇ ਜੰਜੂਆ ਨਾਲ ਸੰਬੰਧਿਤ ਜਿੰਨੇ ਵੀ ਰਿਕਾਰਡ ਹੈਗਾ ਪਿਛਲੇ ਮਹੀਨੇ ਦਾ ਉਹ ਲਿਆ ਕੇ ਪੇਸ਼ ਕਰੋ। ਤਾਂ ਇਹ ਆਪਾਂ ਗੱਲ ਕਰਦੀ ਹੈ ਕਿ ਇਹਦਾ ਕਹਾਣੀ ਅਸਲ 'ਚ ਹੈ ਕੀ। ਵੀਕੇ ਜੰਜੂਆ ਦੇ ਖਿਲਾਫ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਸਰਕਾਰ ਜਿਹੜੀ 2002 ਤੋਂ 2007 ਦੇ ਦਰਮਿਆਨ ਬਣਦੀ ਆ, ਉਸ ਸਮੇਂ ਦੇ ਵਿੱਚ ਵੀਕੇ ਜੰਜੂਆ ਦੇ ਖਿਲਾਫ ਜਿਹੜਾ ਸੀ ਵਿਜੀਲੈਂਸ ਦਾ ਜਿਹੜਾ ਇੱਕ ਕੇਸ ਜਿਹੜਾ ਉਹ ਦਾਇਰ ਕੀਤਾ ਗਿਆ ਸੀ। ਉਹ ਕੇਸ ਚੱਲਿਆ, ਉਸ ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਜਿਹੜੀ ਪੰਜਾਬ 'ਚ ਬਣਦੀ ਹੈ ਤਾਂ ਉਹਨਾਂ ਨੇ ਉਹ ਕੇਸ ਜਿਹੜਾ ਸੀ ਉਹ ਵਾਪਸ ਲੈ ਲਿਆ ਸੀ। ਉਹ ਕੇਸ ਵਿਜੀਲੈਂਸ ਨੂੰ ਅੱਗੇ ਨਹੀਂ ਸੀ ਕੁਝ ਕਰਨ ਦਿੱਤਾ, ਜਿਸ ਤਰੀਕੇ ਨਾਲ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਕਈਆਂ ਦੇ ਖਿਲਾਫ ਇਹੋ ਜਿਹੀਆਂ ਹੱਕ ਦੇ ਵਿੱਚ ਵੀ ਹੋਇਆ ਤਾਂ ਕਈਆਂ ਦੇ ਖਿਲਾਫ ਹੋਇਆ। ਤੇ ਫਿਰ ਜਦੋਂ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਫਿਰ ਸਰਕਾਰ ਬਣਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਵੀਕੇ ਜੰਜੂਆ ਦੇ ਉਸ ਕੇਸ ਨੂੰ ਛੇੜਿਆ ਨਹੀਂ, ਪਰ ਉਹ ਕੇਸ ਦਾਇਰ ਹੋਣ ਕਰਕੇ ਜਿਹੜਾ ਵਿਜੀਲੈਂਸ ਦੀ ਜਾਂਚ ਸੀ ਇਹਨਾਂ ਨੂੰ ਕੋਈ ਵੀ ਜਿਹੜੀ ਪ੍ਰਮੋਸ਼ਨ ਆ ਉਹ ਨਹੀਂ ਦਿੱਤੀ ਗਈ। ਜਿਸ ਤਰੀਕੇ ਨਾਲ ਜਿਹੜੀ ਸਰਵਿਸ ਬੁੱਕ ਦੇ ਵਿੱਚ ਕੁਝ ਲਾਲ ਲੀਕਾਂ ਵੱਜ ਜਾਣ ਤਾਂ ਉਹ ਫਿਰ
ਕਦੇ ਧੁੱਪਦੀਆਂ ਨਹੀਂ ਹੈ, ਤੇ ਸ਼ਾਇਦ ਇਸੇ ਹੀ ਕਾਰਨ 5 ਸਾਲ ਉਹ ਉਸ ਸਨਾਟੀ ਦੇ ਪੱਖ ਦੇ ਵਿੱਚੋਂ ਅੱਗੇ ਨਹੀਂ ਆ ਸਕੇ। ਪਰ ਕਹਿੰਦੇ ਨੇ ਕਿ ਜਦੋਂ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਇਹਨਾਂ ਨੇ ਵੀਕੇ ਜੰਜੂਆ ਨੂੰ, ਜਿਹੜੇ ਕਹਿੰਦੇ ਨੇ ਕਿ ਮੇਰਾ ਨਾਮ ਪੂਰਾ ਵੀਕੇ ਜੰਜੂਆ ਨਾ ਕਿਹਾ ਜਾਵੇ, ਵਿਜੇ ਕੁਮਾਰ ਜੰਜੂਆ ਕਿਹਾ ਜਾਵੇ, ਇਹਨਾਂ ਨੂੰ ਉਹਨਾਂ ਨੇ ਜਿਹੜੇ ਚੀਫ ਸੈਕਟਰੀ ਦੇ ਅਹੁਦੇ ਤੇ ਤਾਇਨਾਤ ਕੀਤਾ। ਹੁਣ ਸਰਕਾਰ ਨੇ ਮਾਫ ਕਰ ਦਿਓ, ਮਾਨਯੋਗ ਹਾਈ ਕੋਰਟ ਨੇ ਇਸ ਸਰਕਾਰ ਕੋਲ ਮੰਗਿਆ ਕਿ ਉਹ ਸਾਰਾ ਰਿਕਾਰਡ ਜਿਹੜਾ ਉਹ ਤਲਬ ਕੀਤਾ ਆ ਕਿ ਉਹ ਪੇਸ਼ ਕੀਤਾ ਜਾਵੇ 2 ਹਫ਼ਤਿਆਂ ਦੇ ਬਾਅਦ। ਜੀ ਬਿਲਕੁਲ ਬਿਲਕੁਲ। ਤਾਂ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੁਖਵਿੰਦਰ ਜੀ ਬਹੁਤ ਬਹੁਤ ਮਿਹਰਬਾਨੀ। ਸਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।